So, students, here in this session, we are going to discuss a very important topic, right? That is patterns or gradients of biodiversity, right? ਸੋ ਬੇਟਾ ਆਪਾਂ ਫਸਟ ਵੀਡੀਓ ਦੇ ਵਿੱਚ ਜਾਂ ਫਸਟ ਸੈਸ਼ਨ ਦੇ ਵਿੱਚ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਵਾਟ ਐਕਚੁਅਲੀ ਇਜ਼ ਬਾਇਓਡਾਇਵਰਸਿਟੀ right and what are the different levels of biodiversity, right? Or how many species are there on India, are there on earth or in India, right? So there are different number of species that are found in different regions, right? So here we are going to discuss patterns or gradients. Let us first discuss what is the meaning of the term gradient, right? Beta gradient ਦਾ ਮਤਲਬ ਹੁੰਦਾ ਹੈ ਅਲੱਗ-ਅਲੱਗ ਏਰੀਆ ਦੇ ਵਿੱਚ ਅਲੱਗ-ਅਲੱਗ ਸਪੀਸ਼ੀਜ਼ ਦਾ ਨੰਬਰ, ਡਿਫਰੈਂਸਿਸ ਇਨ ਸਪੀਸ਼ੀਜ਼ ਨੰਬਰ ਇਨ different ਏਰੀਆਜ਼, ਰਾਈਟ? ਅਲੱਗ-ਅਲੱਗ ਏਰੀਆ ਦੇ ਵਿੱਚ ਸਪੀਸ਼ੀਜ਼ ਦਾ ਨੰਬਰ ਅਲੱਗ-ਅਲੱਗ ਹੋਏਗਾ। ਸੋ ਬੇਸਿਕਲੀ ਬੇਟਾ ਆਪਾਂ ਦੋ ਪੈਟਰਨਸ ਇਨ ਡਿਟੇਲ ਪੜ੍ਹਨੇ ਨੇ। ਵਨ ਇਜ਼ ਲੈਟੀਟਿਊਡਨਲ ਗ੍ਰੇਡੀਐਂਟ ਐਂਡ ਅਦਰ ਇਜ਼ ਸਪੀਸ਼ੀ ਏਰੀਆ ਰਿਲੇਸ਼ਨਸ਼ਿਪ। ਲੈਟ ਅਸ ਫਸਟ ਟੇਕ ਲੈਟੀਟਿਊਡਨਲ ਗ੍ਰੇਡੀਐਂਟ ਇਨ ਡਿਟੇਲ, ਰਾਈਟ? ਬੇਟਾ ਲੈਟੀਟਿਊਡਨਲ ਗ੍ਰੇਡੀਐਂਟ ਦਾ ਮਤਲਬ ਕੀ ਹੁੰਦਾ ਹੈ? ਜਿਹੜੀ ਗੱਲ ਮੈਂ ਹੁਣੇ ਕਹੀ ਸੀ, ਗ੍ਰੇਡੀਐਂਟ ਮੀਨਸ ਕਿ ਆਪਾਂ ਅਗਰ ਅਰਥ ਦੇ ਅਲੱਗ-ਅਲੱਗ ਏਰੀਆਜ਼ ਨੂੰ ਦੇਖੀਏ ਜਾਂ ਸਟੱਡੀ ਕਰੀਏ ਤਾਂ ਪਲਾਂਟ ਤੇ ਐਨੀਮਲ ਦੀ ਡਾਇਵਰਸਿਟੀ ਯੂਨੀਫਾਰਮ ਨਹੀਂ ਹੈ। ਮੀਨਸ ਅਨਈਵਨ ਡਿਸਟ੍ਰੀਬਿਊਸ਼ਨ ਹੈ ਸਪੀਸ਼ੀਜ਼ ਦੀ, ਕਿ ਅਲੱਗ-ਅਲੱਗ ਏਰੀਆ, ਕੋਈ ਏਰੀਆ ਦੇ ਵਿੱਚ ਸਪੀਸ਼ੀਜ਼ ਨੰਬਰ ਆਫ ਸਪੀਸ਼ੀਜ਼ ਜ਼ਿਆਦਾ ਨੇ, ਕਿਸੇ ਏਰੀਆ 'ਚ ਨੰਬਰ ਆਫ ਸਪੀਸ਼ੀਜ਼ ਘੱਟ ਨੇ। ਸੋ ਇਹਨੂੰ ਅਸੀਂ ਕਹਿੰਦੇ ਹਾਂ ਲੈਟੀਟਿਊਡਨਲ ਗ੍ਰੇਡੀਐਂਟ। ਐਂਡ ਇੱਥੇ ਇੱਕ ਰੂਲ ਹੈ ਬੇਟਾ, ਐਜ਼ ਵੀ ਮੂਵ ਫਰੋਮ ਇਕੁਏਟਰ ਟੂ ਪੋਲ, ਜਿਵੇਂ ਜਿਵੇਂ ਅਸੀਂ ਇਕੁਏਟਰ ਟੂ ਪੋਲ ਵੱਲ ਨੂੰ ਵੱਧਦੇ ਹਾਂ, ਸਪੀਸ਼ੀ ਡਾਇਵਰਸਿਟੀ ਡਿਕਰੀਜ਼ਿਸ। ਸਪੀਸ਼ੀਜ਼ ਦੀ ਜਿਹੜੀ ਡਾਇਵਰਸਿਟੀ ਹੈ, ਨੰਬਰ ਹੈ, ਉਹ ਘਟਦਾ। ਠੀਕ ਹੈ ਬੇਟਾ, ਆਪਾਂ ਇਹਨੂੰ ਡੀਟੇਲ ਦੇ ਵਿੱਚ ਐਗਜ਼ਾਮਪਲ ਲੈ ਕੇ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਇਹ ਡਾਇਗਰਾਮ, ਜਿਹਦੇ ਵਿੱਚ ਆਪਾਂ ਡਰਾ ਕੀਤਾ ਕਿ ਏਰੀਆ ਕਿਹੜੇ ਕਿਹੜੇ ਨੇ। ਸਪੋਜ਼ ਜੋ ਮੈਂ ਔਰੇਂਜ ਲਾਈਨ ਨਾਲ ਡਰਾ ਕੀਤਾ, ਦਿਸ ਇਜ਼ ਇਕੁਏਟਰ 0 ਡਿਗਰੀ, ਤੇ ਮੈਂ ਡਰਾ ਕੀਤਾ ਦੈਟ ਇਜ਼ ਇਕੁਏਟਰ, ਰਾਈਟ? ਵੈਨ ਆਈ ਮੂਵ ਫਰੋਮ ਇਕੁਏਟਰ टू पोल, सो दिस इज नॉर्थ पोल, दिस इज साउथ पोल, नीचे साउथ पोल है, ऊपर नॉर्थ पोल है। वैन आई मूव फ्रॉम इक्वेटर टू ईदर ऑफ द पोल लाइक नॉर्थ या साउथ वाल, तो बेटा स्पीशीज़ की जी डाइवर्सिटी है वो घटती है। पहला एरियाज़ देख लो बेटा, जोड़ा इक्वेटर के जस्ट कोल एरिया है जिन्होंने मैं येलो ऑन बोथ साइड्स येलो लाइनस नाल मैं उन्होंने दिखाया, शो किया है। इक्वेटर तो 23.5 डिग्री नॉर्थ तो इक्वेटर तो 23.5 डिग्री साउथ। ये जोड़ा एरिया है बेटा, इत्थे मैक्सीमम स्पीशीज़ डाइवर्सिटी है और इस एरिया नू ट्रॉपिकल रीजन कहा जाता है। की कहा जाता है? ट्रॉपिकल रीजन। ओके, होर थोड़ा फर्दर मूव करते हैं दिस एरिया, जिन्होंने मैं ग्रीन डॉट्स ना ड्रॉ किया है। 66.5 डिग्री फ्रॉम द इक्वेटर to the north, 66 degree and a half to the south. So a areas ਜਿਹੜੇ ਨੇ green dots ਵਾਲੇ here and here, this is called as temperate region, ਔਰ ਇੱਥੇ species richness tropical region ਤੋਂ ਘੱਟ ਹੈ। ਹੋਰ ਜਦੋਂ ਅਸੀਂ poles ਵੱਲ move ਕਰਾਂਗੇ, ਬਿਲਕੁਲ poles ਦੇ ਕੋਲ ਵਾਲਾ ਏਰੀਆ, ਇੱਥੇ species richness ਸਭ ਤੋਂ ਘੱਟ ਹੋਏਗੀ। least species diversity will be found here and here, right? सो ट्रॉपिकल रीजनस, टैंपरेट रीजनस। वैसे समटाइम्स असी नेम नू देख के समटाइम्स असी कन्फ्यूज हो जाने कि टैंपरेट एरिया होणगे जिथे टैंपरेचर हाई होएगा, बट नो बेटा, इक्वेटर दे नाल वाले रीजन च टैंपरेचर हाई हुंदा है, जिद्दां जिद्दां असी पोल वध वधदे जाने आ टैंपरेचर डिक्रीज करदा है। सो ट्रॉपिकल रीजन च टैंपरेचर ज़्यादा होएगा, टैंपरेट च घट, एंड पोल्स दे कोल तां टैंपरेचर मिनिमम हुंदा, यू ऑल नो दैट, राइट? सो ਇੱਥੇ ਅਸੀਂ ਕੀ ਸਮਝੇ, ਵੈਨ ਵੀ ਮੂਵ ਅਵੇ ਫਰੋਮ ਦ ਇਕੁਏਟਰ ਟੂਵਰਡਸ ਦ ਪੋਲਸ ਲਾਈਕ ਟ੍ਰੋਪਿਕਲ ਰੀਜਨ, ਟੈਂਪਰੇਟ ਰੀਜਨ ਐਂਡ ਟੂਵਰਡਸ ਦ ਪੋਲ ਰੀਜਨ, ਸਪੀਸ਼ੀ ਡਾਇਵਰਸਿਟੀ ਵਿਲ ਡਿਕਰੀਜ਼, ਰਾਈਟ? ਸੋ ਆਪਾਂ ਇੱਥੇ ਇੱਕ ਐਗਜ਼ਾਮਪਲਸ ਕੁਝ ਕਰ ਲੈਂਦੇ ਹਾਂ। ਜਿਵੇਂ ਇਹ ਇੱਕ ਏਰੀਆ ਦੀ ਐਗਜ਼ਾਮਪਲ ਹੈ ਕੋਲੰਬੀਆ, ਦਿਸ ਇਜ਼ ਵੈਰੀ ਕਲੋਜ਼ ਟੂ ਇਕੁਏਟਰ, ਰਾਈਟ? ਸੋ ਇੱਥੇ ਅਬਾਊਟ 1400 ਸਪੀਸ਼ੀਜ਼ ਆਫ ਬਰਡਸ ਮਿਲਦੇ ਨੇ। ਹੁਣ ਹੋਰ ਅੱਗੇ ਮੂਵ ਕਰੋ, ਨਿਊਯਾਰਕ 41 ਡਿਗਰੀ, ਹੁਣ ਅਸੀਂ ਇਕੁਏਟਰ ਤੋਂ ਅਵੇ ਜਾ ਰਹੇ ਹਾਂ, 105 ਸਪੀਸ਼ੀਜ਼ ਆਫ ਬਰਡਸ। ਹੋਰ ਦੂਰ ਜਾਂਦੇ ਹਾਂ, ਗ੍ਰੀਨਲੈਂਡ
ਹੋਰ ਪਰਾਂ ਗਏ 71 ਡਿਗਰੀ ਨਾਰਥ ਗਏ 56 ਸਪੀਸ਼ੀਜ਼ ਆਫ ਬਰਡਸ। ਇਹਦਾ ਮਤਲਬ ਜਿਵੇਂ ਜਿਵੇਂ ਅਸੀਂ ਇਕੁਏਟਰ ਤੋਂ ਦੂਰ ਜਾਂਦੇ ਜਾ ਰਹੇ ਹਾਂ ਟੁਵਰਡਸ ਦਾ ਪੋਲ, ਤੁਸੀਂ ਦੇਖੋ ਬਰਡਸ ਦੀਆਂ ਸਪੀਸ਼ੀਜ਼ ਦਾ ਨੰਬਰ ਘਟਦਾ ਜਾ ਰਿਹਾ, ਰਾਈਟ। ਸੋ ਇੱਥੇ ਅਸੀਂ ਲਿਖ ਦਿੱਤਾ ਟ੍ਰੋਪੀਕਲ ਏਰੀਆਜ਼ ਮੋਰ ਸਪੀਸ਼ੀ ਡਾਇਵਰਸਿਟੀ, ਟੈਂਪਰੇਟ ਔਰ ਪੋਲਰ ਰੀਜਨ ਟੂਵਰਡਸ ਦਾ ਪੋਲਸ ਲੈਸ ਸਪੀਸ਼ੀ ਡਾਇਵਰਸਿਟੀ। ਇੱਥੇ ਅਸੀਂ ਇੱਕ ਜ਼ਿਕਰ ਕਰਾਂਗੇ ਟ੍ਰੋਪੀਕਲ ਏਰੀਆ ਦਾ, ਇੱਕ ਫੋਰੈਸਟ ਹੈ Amazon tropical forest. This Amazon forest is the richest species ਦੇ ਵਿੱਚ, ਇੱਥੇ ਸਭ ਤੋਂ ਜ਼ਿਆਦਾ ਸਪੀਸ਼ੀਜ਼ ਪਾਏ ਜਾਂਦੇ ਨੇ, ਰਿਚਨੈਸ ਹੈ। ਐਂਡ that is why Amazon ਜਿਹੜੇ ਫੋਰੈਸਟ ਨੇ ਉਹਨਾਂ ਨੂੰ ਲੰਗ ਆਫ ਦਾ ਅਰਥ ਕਿਹਾ ਜਾਂਦਾ, ਲੰਗ ਆਫ ਅਰਥ, ਬਿਕੋਜ਼ ਇੱਥੇ ਜੇ ਆਰਗੇਨਿਜ਼ਮ ਮੈਕਸਿਮਮ ਨੇ ਤੇ ਮੈਕਸਿਮਮ ਆਕਸੀਜਨ ਪ੍ਰੋਡਕਸ਼ਨ ਵੀ ਇੱਥੇ ਹੀ ਹੁੰਦੀ ਹੈ। that is why it is called as ਲੰਗ ਆਫ ਦਾ ਅਰਥ। ਠੀਕ ਹੈ ਜੀ, ਅਸੀਂ ਹੁਣ ਡਿਸਕਸ ਤਾਂ ਕਰ ਲਿਆ ਕਿ ਜਦੋਂ ਜਦੋਂ ਅਸੀਂ ਇਕੁਏਟਰ ਟੂ ਪੋਲਸ ਵੱਲ ਜਾਂਦੇ ਹਾਂ ਸਪੀਸ਼ੀਜ਼ ਦਾ ਜਿਹੜੀ ਰਿਚਨੈਸ ਹੈ ਔਰ ਯੂ ਕੈਨ ਸੇ ਨੰਬਰ ਹੈ ਉਹ ਘਟਦਾ ਜਾ ਰਿਹਾ ਹੈ। ਕੋਈ ਰੀਜ਼ਨ ਤਾਂ ਹੋਏਗਾ ਇੱਦਾਂ ਕਿਉਂ ਹੈ। ਸੋ ਲੈਟ ਅਸ ਡਿਸਕਸ ਦਾ ਰੀਜ਼ਨਸ ਕਿ ਇਕੁਏਟਰ ਦੇ ਕੋਲ ਸਪੀਸ਼ੀਜ਼ ਰਿਚ ਕਿਉਂ ਨੇ ਤੇ ਪੋਲਸ ਦੇ ਕੋਲ ਘੱਟ ਕਿਉਂ ਨੇ, ਰਾਈਟ। ਸੋ ਇਹੋ ਜਿਹੀ ਕੀ ਖਾਸੀਅਤ ਹੈ ਟ੍ਰੋਪੀਕਲ ਰੀਜਨਸ ਦੇ ਵਿੱਚ ਕਿ ਉੱਥੇ ਸਪੀਸ਼ੀਜ਼ ਰਿਚਨੈਸ ਜ਼ਿਆਦਾ ਹੈ। ਸੋ ਬੇਟਾ ਨੰਬਰ 1 ਸਪੀਸ਼ੀਏਸ਼ਨ ਇਜ਼ ਦ ਫੰਕਸ਼ਨ ਆਫ ਟਾਈਮ। ਟ੍ਰੋਪੀਕਲ ਰੀਜਨ ਦੇ ਵਿੱਚ ਕੰਡੀਸ਼ਨਸ ਜ਼ਿਆਦਾ ਸਟੇਬਲ ਨੇ, ਠੀਕ ਹੈ, ਜਦ ਕਿ ਜਿਹੜੇ ਟੈਂਪਰੇਟ ਰੀਜਨਸ ਨੇ, ਟ੍ਰੋਪੀਕਲ ਤੇ ਟੈਂਪਰੇਟ ਹੁਣ ਯਾਦ ਰੱਖਣਾ, ਟ੍ਰੋਪੀਕਲ ਨੀਅਰ ਦਾ ਇਕੁਏਟਰ ਐਂਡ ਟੈਂਪਰੇਟ ਅਵੇ ਫਰੋਮ ਦਾ ਇਕੁਏਟਰ। ਟ੍ਰੋਪੀਕਲ ਰੀਜਨ ਦੇ ਵਿੱਚ ਰਿਚਨੈਸ ਜ਼ਿਆਦਾ ਹੋਣ ਦਾ ਕੀ ਹੈ ਕਿ ਟ੍ਰੋਪੀਕਲ ਰੀਜਨ ਇੱਕ ਤਾਂ ਸਟੇਬਲ ਨੇ, ਜਦੋਂ ਕੋਈ ਚੀਜ਼ ਸਟੇਬਲ ਹੈ ਉਹਨੂੰ ਮੱਚ ਡਿਸਟਰਬੈਂਸ ਨਹੀਂ ਮਿਲਦੀ ਤਾਂ ਕੀ ਹੁੰਦਾ, ਸਾਨੂੰ ਇੱਕ ਗੱਲ ਤਾਂ ਪਹਿਲਾਂ ਹੀ ਪਤਾ ਹੈ ਕਿ ਸਪੀਸ਼ੀ ਫਾਰਮੇਸ਼ਨ ਲਈ ਮਿਲੀਅਨ ਆਫ ਈਅਰ ਲੱਗ ਜਾਂਦੇ ਆ, ਅਤੇ ਜਦੋਂ ਜਿੱਥੇ ਡਿਸਟਰਬੈਂਸ ਘੱਟ ਹੋਏਗੀ ਉੱਥੇ ਇਹਦਾ ਮਤਲਬ ਸਪੀਸ਼ੀਜ਼ ਫਾਰਮ ਜ਼ਿਆਦਾ ਹੋਣਗੀਆਂ ਕਿਉਂਕਿ ਸਮੇਂ ਲੱਗਦਾ। ਹੁਣ ਜਿਹੜੇ ਏਰੀਆ ਜਿਵੇਂ ਟੈਂਪਰੇਟ ਏਰੀਆ ਉਹ ਸਟੇਬਲ ਹੀ ਨਹੀਂ ਨੇ, ਉੱਥੇ ਬਾਰ-ਬਾਰ ਫਰੀਕੁਐਂਟ ਗਲੇਸ਼ੀਏਸ਼ਨ ਹੋ ਰਹੀ ਹੈ, ਫਰੀਕੁਐਂਟ ਚੇਂਜਸ ਆ ਰਹੀਆਂ ਨੇ, ਤਾਂ ਫਿਰ ਉੱਥੇ ਸਪੀਸ਼ੀਜ਼ ਕਿਉਂਕਿ ਸਪੀਸ਼ੀ ਨੂੰ ਬਣਨ 'ਚ ਟਾਈਮ ਲੱਗਣਾ, ਉਹ ਬਾਰ-ਬਾਰ ਚੇਂਜ ਹੋਈ ਜਾ ਰਿਹਾ, ਇਸ ਕਰਕੇ ਉੱਥੇ ਸਪੀਸ਼ੀਜ਼ ਘੱਟ ਹੁੰਦੀਆਂ। ਸੋ ਟ੍ਰੋਪੀਕਲ ਰੀਜਨ ਦੇ ਫੋਰੈਸਟ ਦੇ ਵਿੱਚ ਸਪੀਸ਼ੀਜ਼ ਜ਼ਿਆਦਾ ਹੋਣ ਦਾ ਸਭ ਤੋਂ ਪਹਿਲਾ ਕਾਰਨ ਹੈ ਕਿ ਉਹ ਸਟੇਬਲ ਹੈ ਅਤੇ ਉੱਥੇ ਡਿਸਟਰਬੈਂਸ ਘੱਟ ਹੈ। ਸੈਕਿੰਡ ਇਜ਼ ਕਿ ਉੱਥੋਂ ਦਾ ਜਿਹੜਾ ਇਨਵਾਇਰਮੈਂਟ ਹੈ ਟ੍ਰੋਪੀਕਲ ਫੋਰੈਸਟ ਦਾ ਉਹ ਕੌਨਸਟੈਂਟ ਹੈ ਅਤੇ ਪ੍ਰੈਡਿਕਟੇਬਲ ਹੈ। ਕੌਨਸਟੈਂਟ ਯੂ ਅੰਡਰਸਟੈਂਡ ਕਿ ਬਹੁਤੀਆਂ ਚੇਂਜਸ ਨਹੀਂ ਆਉਂਦੀਆਂ। ਪ੍ਰੈਡਿਕਟੇਬਲ ਮੀਨਸ ਵੀ ਕੈਨ ਪ੍ਰੈਡਿਕਟ ਇਟ, ਅਸੀਂ ਉਹਨੂੰ ਪਹਿਲਾਂ ਹੀ ਪਤਾ ਲਗਾ ਸਕਦੇ ਹਾਂ। ਪ੍ਰੈਡਿਕਸ਼ਨ ਕੀ ਹੁੰਦਾ, ਕੋਈ ਚੀਜ਼ ਹੋਣ ਤੋਂ ਪਹਿਲਾਂ ਹੀ ਪਤਾ ਲਗਾਉਣਾ। ਸੋ ਟੈਂਪਰੇਚਰ ਦੀ ਫਲਕਚੁਏਸ਼ਨ, ਸੀਜ਼ਨ ਦੀਆਂ ਚੇਂਜਸ ਪਹਿਲਾਂ ਹੀ ਪ੍ਰੈਡਿਕਟੇਬਲ ਹੈ, ਪਤਾ ਹੈ ਹੁਣ ਇਸ ਸੀਜ਼ਨ ਤੋਂ ਬਾਅਦ ਇਹ ਆਉਣਾ, ਇੰਨਾ ਕੁ ਟੈਂਪਰੇਚਰ ਚੇਂਜ ਹੋਣਾ। ਔਰ ਜਿਹੜਾ ਟੈਂਪਰੇਚਰ ਦਾ ਚੇਂਜ ਵੀ ਹੈ ਉਹ ਮੋਡਰੇਟ ਹੈ। ਇਹ ਨਹੀਂ ਕਿ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਜਾਂਦਾ ਜਾਂ ਬਹੁਤ ਜ਼ਿਆਦਾ ਘੱਟ ਜਾਂਦਾ, ਨਾਟ ਐਟ ਆਲ। ਸੋ ਟੈਂਪਰੇਚਰ ਦੀਆਂ ਵੀ ਜਿਹੜੀਆਂ ਚੇਂਜਸ ਨੇ ਉਹ ਮੋਡਰੇਟ ਨੇ, ਰਾਈਟ। ਸੋ ਟੈਂਪਰੇਚਰ ਫਲਕਚੁਏਸ਼ਨਸ ਅਤੇ ਜਿਹੜੇ ਸੀਜ਼ਨ ਚੇਂਜ ਨੇ ਉਹ ਪਹਿਲਾਂ ਹੀ ਪ੍ਰੈਡਿਕਟ ਕਰ ਲਏ ਜਾਂਦੇ ਨੇ ਐਂਡ ਦੋਜ਼ ਟੈਂਪਰੇਚਰ ਕੰਡੀਸ਼ਨਸ ਆਰ ਬੈਸਟ ਸਿਊਟਿਡ ਫॉर ਸਪੀਸ਼ੀਏਸ਼ਨ। ਜਦ ਕਿ ਟੈਂਪਰੇਟ ਏਰੀਆ ਦੇ ਵਿੱਚ ਟੈਂਪਰੇਚਰ ਐਕਸਟ੍ਰੀਮ ਕੰਡੀਸ਼ਨਸ 'ਤੇ ਜਾਂਦਾ, ਜਿਵੇਂ -50 -70, ਤਾਂ ਫਿਰ ਤਾਂ ਹੀ ਉੱਥੇ ਘੱਟ ਸਪੀਸ਼ੀਜ਼ ਪਾਈਆਂ ਜਾਂਦੀਆਂ ਜਾਂ ਬਣਦੀਆਂ, ਰਾਈਟ। ਨੈਕਸਟ, ਟ੍ਰੋਪੀਕਲ ਰੀਜਨ ਦੇ ਵਿੱਚ ਸੋਲਰ ਐਨਰਜੀ ਸਫੀਸ਼ੈਂਟ ਹੈ। ਹੁਣ ਜੇ ਸੋਲਰ ਐਨਰਜੀ ਅਵੇਲੇਬਲ ਹੋਏਗੀ ਤਾਂ ਪਲਾਂਟਸ ਉਸ ਸੋਲਰ ਐਨਰਜੀ ਨੂੰ ਕੰਜ਼ਿਊਮ ਕਰਕੇ ਫੋਟੋਸਿੰਥੇਸਿਸ ਕਰਨਗੇ, ਆਟੋਟ੍ਰੋਫ ਜ਼ਿਆਦਾ ਹੋਣਗੇ। ਆਟੋਟ੍ਰੋਫ ਜ਼ਿਆਦਾ ਹੈ ਤਾਂ ਪ੍ਰੋਡਕਟੀਵਿਟੀ ਜ਼ਿਆਦਾ ਹੈ, ਤਾਂ ਨੈਕਸਟ ਟ੍ਰੋਫਿਕ ਲੈਵਲ ਵੀ ਜ਼ਿਆਦਾ ਹੋਏਗਾ। ਸੋ ਦੈਟ ਮੀਨਸ ਸੋਲਰ ਐਨਰਜੀ ਸਫੀਸ਼ੈਂਟ ਹੋਣ ਕਰਕੇ ਵੀ ਟ੍ਰੋਪੀਕਲ ਏਰੀਆ ਦੇ ਵਿੱਚ ਜਿਹੜੀ ਰਿਚਨੈਸ ਜ਼ਿਆਦਾ ਹੈ। ਸੋ ਮੇਨ 3 ਰੀਜ਼ਨਸ ਅਸੀਂ ਡਿਸਕਸ ਕਰ ਲਏ। ਇੱਕ ਤਾਂ ਉੱਥੇ ਡਿਸਟਰਬੈਂਸ ਘੱਟ ਹੈ, ਸਟੇਬਲ ਹੈ ਅਤੇ ਉਹਦਾ ਇਨਵਾਇਰਮੈਂਟ ਪ੍ਰੈਡਿਕਟੇਬਲ ਹੈ, ਐਂਡ ਸੋਲਰ ਐਨਰਜੀ ਸਫੀਸ਼ੈਂਟ ਹੋਣ ਕਰਕੇ ਟ੍ਰੋਪੀਕਲ ਏਰੀਆ ਦੇ ਵਿੱਚ ਜ਼ਿਆਦਾ ਸਪੀਸ਼ੀਜ਼ ਪਾਈਆਂ ਜਾਂਦੀਆਂ, ਰਾਈਟ। ਅਸੀਂ ਰੀਜ਼ਨ ਵੀ ਕਰ ਲਿਆ। ਸੋ ਇੱਕ ਇੱਥੇ ਮੈਂ ਨੋਟ ਲਿਖਿਆ, ਇਹਨੂੰ ਅਸੀਂ ਦੇਖ ਲੈਣਾ ਕਿ ਟ੍ਰੋਪੀਕਲ ਜਿਹੜਾ ਐਮਾਜ਼ਨ ਰੇਨ ਫੋਰੈਸਟ ਜਿਸ 'ਚ ਅਸੀਂ ਕਿਹਾ ਕਿ ਸਪੀਸ਼ੀਜ਼ ਬਹੁਤ ਜ਼ਿਆਦਾ ਨੇ, ਸਾਊਥ ਅਮਰੀਕਾ ਦਾ, ਉੱਥੇ ਮੋਰ ਦੈਨ 40,000 ਸਪੀਸ਼ੀ ਆਫ ਪਲਾਂਟਸ ਨੇ, 3,000 species of fishes ਨੇ, 1,300 species of birds ਨੇ, 427 species of mammals ਨੇ, and so on, right। so ਬਹੁਤ ਰਿਚ ਸਪੀਸ਼ੀਜ਼ ਜਿਹੜੀਆਂ ਸਪੀਸ਼ੀਜ਼ ਰਿਚਨੈਸ ਜਿਹੜੀ ਉੱਥੇ ਪਾਈ ਜਾਂਦੀ ਹੈ, ਬਿਕੋਜ਼ ਉਹ ਇੱਕ ਤਾਂ ਇਕੁਏਟਰ ਦੇ ਕੋਲ ਹੈ ਐਂਡ ਉੱਥੇ ਇਹ ਸਭ ਰੀਜ਼ਨਸ ਨੇ, ਦੈਟ ਇਜ਼ ਵਾਈ ਉੱਥੇ ਮੈਕਸਿਮਮ ਸਪੀਸ਼ੀਜ਼ ਰਿਚਨੈਸ ਪਾਈ ਜਾਂਦੀ ਹੈ। ਸੋ ਬੇਟਾ ਦਿਸ ਇਜ਼ ਆਲ ਅਬਾਊਟ ਫਸਟ pattern of biodiversity, that is latitudinal
gradient. So next we are gonna discuss another pattern of biodiversity, that is species area relationship, right? ਬੇਟਾ ਨੇਮ ਸੁਜੈਸਟ ਕਰ ਰਹੇ ਹੁਣ ਅਸੀਂ ਇਸ ਟੌਪਿਕ 'ਚ ਕੀ ਪੜ੍ਹਨ ਜਾ ਰਹੇ। ਸੈਕਿੰਡ ਜਿਹੜਾ ਸਾਡਾ ਪੈਟਰਨ ਹੈ ਜਾਂ ਗ੍ਰੇਡੀਐਂਟ ਹੈ ਬਾਇਓਡਾਇਵਰਸਿਟੀ ਦਾ, ਉਹ 'ਚ ਅਸੀਂ ਕੀ ਪੜ੍ਹਨ ਜਾ ਰਹੇ ਹਾਂ ਕਿ ਸਪੀਸ਼ੀਜ਼ ਤੇ ਏਰੀਆ ਦੇ ਵਿੱਚ ਕੀ ਰਿਲੇਸ਼ਨ ਹੁੰਦਾ ਹੈ। ਠੀਕ ਹੈ, ਸੋ ਪਹਿਲਾਂ ਤੁਹਾਨੂੰ ਇੱਕ ਨੈਚੁਰਲਿਸਟ ਔਰ ਜਿਓਗ੍ਰਾਫਰ ਦਾ ਨਾਮ ਦੱਸੂੰਗੀ। ਜਰਮਨ ਦਾ ਹੈ, ਜਰਮਨ ਦੇ ਨੇ ਐਲੈਗਜ਼ੈਂਡਰ ਵੌਨ ਹੰਬੋਲਟ। ਵੈਰੀ ਇੰਪੋਰਟੈਂਟ ਨੇਮ ਜਦੋਂ ਅਸੀਂ ਇਕੋਸਿਸਟਮ ਬਾਇਓਡਾਇਵਰਸਿਟੀ ਦਾ ਜ਼ਿਕਰ ਕਰਦੇ ਹਾਂ। ਐਲੈਗਜ਼ੈਂਡਰ ਵੌਨ ਹੰਬੋਲਟ ਨੇ ਬੇਟਾ ਸਾਊਥ ਅਮਰੀਕਨ ਜੰਗਲਸ ਨੂੰ ਐਕਸਪਲੋਰ ਕੀਤਾ। ਤਾਂ ਉਹਨਾਂ ਨੇ ਕੀ ਕਿਹਾ, ਲੈਟ ਅਸ ਸੀ ਕਿ ਕੀ ਕਹਿੰਦੇ ਐਲੈਗਜ਼ੈਂਡਰ ਵੌਨ ਹੰਬੋਲਟ। ਹੀ ਸੇ, ਮੈਂ ਐਗਜ਼ਾਮਪਲ ਦੇ ਕੇ ਤੁਹਾਨੂੰ ਦੱਸਦੀ ਹਾਂ। ਸਪੋਜ਼ ਜਿਹੜਾ ਮੈਂ ਯੈਲੋ ਏਰੀਆ ਬਣਾਇਆ ਹੈ, ਇਹ ਛੋਟਾ ਏਰੀਆ ਦਿਖ ਰਿਹਾ ਸਾਨੂੰ ਏ, ਜਿੱਥੇ ਮੈਂ ਲਾਈਨਸ ਬਣਾਈਆਂ ਬੀ, ਹੋਰ ਏਰੀਆ ਵੱਧ ਗਿਆ, ਸੀ ਗ੍ਰੀਨ ਹੋਰ ਏਰੀਆ ਵੱਧ ਗਿਆ, ਅਤੇ ਡੀ ਹੋਰ ਵੱਧ ਗਿਆ। ਸੋ ਵਾਟ ਵੌਨ ਹੰਬਰਟ ਹੈਜ਼ ਸੈਡ, ਹੀ ਸੈਡ ਜਿਵੇਂ ਜਿਵੇਂ ਏਰੀਆ ਵੱਧਦਾ ਜਾਏਗਾ, ਜਿਵੇਂ ਜਿਵੇਂ ਏਰੀਆ ਵੱਧਦਾ ਜਾਏਗਾ, ਸਪੀਸ਼ੀਜ਼ ਰਿਚਨੈਸ ਔਰ ਨੰਬਰ ਆਫ ਸਪੀਸ਼ੀਜ਼ ਵਿਲ ਇਨਕਰੀਜ਼, ਰਾਈਟ। ਜਿਵੇਂ ਜਿਵੇਂ ਏਰੀਆ ਵੱਧਦਾ ਜਾਏਗਾ ਸਪੀਸ਼ੀਜ਼ ਰਿਚਨੈਸ ਵੱਧਦੀ ਜਾਏਗੀ, ਬਟ ਅਪ ਟੂ ਅ ਸਰਟਨ ਲਿਮਿਟ। ਤੁਸੀਂ ਕਿੰਨਾ ਏਰੀਆ ਐਕਸਪਲੋਰ ਕਰ ਰਹੇ ਹੋ, ਤੁਸੀਂ ਕਿੰਨੇ ਏਰੀਆ 'ਤੇ ਆਪਣੀ ਰਿਸਰਚ ਕਰ ਰਹੇ ਹੋ। ਜੇ ਤਾਂ ਉਹ ਏਰੀਆ ਛੋਟਾ, ਯੂ ਵਿਲ ਗੈਟ ਲੈਸ ਸਪੀਸ਼ੀਜ਼ ਰਿਚਨੈਸ। ਜੇ ਏਰੀਆ ਵੱਡਾ ਵੱਡਾ ਹੋਰ ਵਧਾਉਂਦੇ ਜਾਂਦੇ ਹੋ ਤੁਸੀਂ ਆਪਣਾ ਏਰੀਆ, ਤੁਸੀਂ ਵਧਾ ਰਹੇ ਹੋ ਐਕਸਪਲੋਰਡ ਏਰੀਆ, ਤਾਂ ਉਨੀ ਸਪੀਸ਼ੀਜ਼ ਰਿਚਨੈਸ ਵੱਧਦੀ ਜਾਏਗੀ, ਬਟ ਅਪ ਟੂ ਅ ਸਰਟਨ ਲਿਮਿਟ। ਅਗਰ ਇਹ ਲਾਈਨ ਅਸੀਂ ਨਹੀਂ ਲਿਖਦੇ ਤਾਂ ਡੈਫੀਨੇਸ਼ਨ ਕੰਪਲੀਟ ਨਹੀਂ ਹੈ, ਕਿਉਂਕਿ ਸਪੋਜ਼ ਮੈਂ ਸੀ ਤੋਂ ਬਾਅਦ ਇੰਨੇ ਏਰੀਆ ਤੋਂ ਬਾਅਦ ਡੀ ਏਰੀਆ 'ਚ ਜਾਂਦੀ ਹਾਂ, ਤਾਂ ਇਹ ਨਹੀਂ ਕਿ ਹੁਣ ਸਪੀਸ਼ੀਜ਼ ਰਿਚਨੈਸ ਵਧੇਗੀ, ਸਪੀਸ਼ੀਜ਼ ਰਿਚਨੈਸ ਘੱਟ ਜਾਏਗੀ, ਸਟੈਡੀ ਹੋ ਜਾਏਗੀ। ਮੀਨਸ ਏਰੀਆ ਐਕਸਪਲੋਰਡ ਏਰੀਆ ਦੇ ਵਧਣ ਨਾਲ ਸਪੀਸ਼ੀਜ਼ ਰਿਚਨੈਸ ਵੱਧਦੀ ਹੈ, ਬਟ ਅਪ ਟੂ ਸਰਟਨ ਲਿਮਿਟ। ਲਿਮਿਟ ਹੈ ਕਿਉਂਕਿ ਹਰ ਚੀਜ਼ ਦੀ ਲਿਮਿਟ ਹੈ, ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਤਾਂ ਇਹ ਨਹੀਂ ਕਿ ਇਸ ਏਰੀਆ ਵਧਾਈ ਜੋ ਤਾਂ ਸਪੀਸ਼ੀਜ਼ ਰਿਚਨੈਸ ਵਧੇਗੀ, ਬਟ ਅਪ ਟੂ ਸਰਟਨ ਲਿਮਿਟ, ਰਾਈਟ। ਸੋ ਇਹ ਕਿਹਾ ਵੌਨ ਹੰਬਰਟ ਨੇ। ਸੋ ਵੌਨ ਹੰਬਰਟ ਨੇ ਇਸ ਰਿਲੇਸ਼ਨਸ਼ਿਪ ਨੂੰ, ਸਪੀਸ਼ੀਜ਼ ਰਿਚਨੈਸ ਅਤੇ ਏਰੀਆ ਦੇ ਰਿਲੇਸ਼ਨਸ਼ਿਪ ਦੀ ਕਰਵ ਬਣਾਈ। ਤਾਂ ਕੀ ਦੇਖਿਆ ਗਿਆ, ਦੇਖੋ ਅਗਰ ਤੁਸੀਂ ਧਿਆਨ ਨਾਲ ਦੇਖੋ, ਜਿਵੇਂ ਜਿਵੇਂ ਏਰੀਆ ਵੱਧ ਰਿਹਾ, ਸੀ ਦਿਸ ਕਰਵ ਹਾਈਪਰਬੋਲਾ, ਰੈਕਟੈਂਗੂਲਰ ਹਾਈਪਰਬੋਲਾ। ਸੋ ਜਿਵੇਂ ਜਿਵੇਂ ਏਰੀਆ ਵੱਧ ਰਿਹਾ ਤਿਵੇਂ ਤਿਵੇਂ ਸਪੀਸ਼ੀਜ਼ ਰਿਚਨੈਸ ਵੱਧ ਰਹੀ ਹੈ। ਮੀਨ ਜਿੱਦਾਂ ਜਿੱਦਾਂ ਏਰੀਆ ਵੱਧਦਾ ਜਾ ਰਿਹਾ, ਦੇਖੋ ਜੇ ਏਰੀਆ ਮੈਂ ਘੱਟ ਲੈ ਰਹੀ ਹਾਂ ਤਾਂ ਸਪੀਸ਼ੀਜ਼ ਰਿਚਨੈਸ ਘੱਟ ਹੈ, ਜੇ ਮੈਂ ਏਰੀਆ ਵਧਾਤਾ ਸਪੀਸ਼ੀਜ਼ ਰਿਚਨੈਸ ਵੀ ਵੱਧ ਗਈ, ਬਟ ਅਪ ਟੂ ਅ ਸਰਟਨ ਲਿਮਿਟ। ਫਿਰ ਜਦੋਂ ਮੈਂ ਐਕਸਪਲੋਰਡ ਏਰੀਆ ਹੋਰ ਵਧਾਇਆ ਤਾਂ ਤੁਸੀਂ ਦੇਖੋ ਤਕਰੀਬਨ ਜਿਹੜਾ ਗ੍ਰਾਫ ਹੈ ਸਟੈਡੀ ਹੋ ਜਾਂਦਾ ਹੈ। ਸੋ ਇਹ ਸ਼ੋ ਕਰਦਾ ਹੈ ਕਿ ਜੋ ਵੌਨ ਹੰਬਰਟ ਨੇ ਕਿਹਾ, ਗ੍ਰਾਫਿਕਲੀ ਸ਼ੋ ਕਰ ਰਿਹਾ ਕਿ ਐਕਸਪਲੋਰਡ ਏਰੀਆ ਵਧਾਉਣ ਨਾਲ ਨੋ ਡਾਊਟ ਸਪੀਸ਼ੀਜ਼ ਰਿਚਨੈਸ ਵੱਧਦੀ ਹੈ, ਬਟ ਅਪ ਟੂ ਸਰਟਨ ਲਿਮਿਟ। ਸੋ ਉਹਨੇ ਜਿਹੜੀ ਕਰਵ ਬਣਾਈ, ਫਸਟ ਉਹ ਰੈਕਟੈਂਗੂਲਰ ਹਾਈਪਰਬੋਲਾ ਬਣੀ, ਦੈਨ ਲੇਟਰ ਔਨ ਇਸੀ ਕਰਵ ਨੂੰ ਜੇ ਆਪਾਂ ਸਟ੍ਰੇਟਨ ਬਣਾਉਣਾ ਹੈ, ਸਾਇੰਟਿਸਟ ਨੇ ਉਹਨਾਂ ਨੂੰ ਸਟ੍ਰੇਟਨ ਬਣਾਇਆ, ਸਟ੍ਰੇਟ ਲਾਈਨ ਕਰਵ ਬਣਾਈ। ਤੁਸੀਂ ਇੱਕ ਗ੍ਰੀਨ ਕਲਰ ਦੀ ਸਟ੍ਰੇਟ ਕਰਵ ਦੇਖ ਰਹੇ ਹੋ। ਤਾਂ ਜਿਹੜਾ ਇੱਕ ਪਹਿਲਾਂ ਐਕਸਪ੍ਰੈਸ਼ਨ ਦੇਖ ਲਓ ਜਿਹੜਾ ਹਾਈਪਰਬੋਲਾ ਦਾ, S ਇਜ਼ ਇਕੁਅਲ ਟੂ CA ਦੀ ਪਾਵਰ Z। ਤਾਂ ਇਸੀ ਜਿਹੜਾ ਕਰਵ ਨੂੰ ਅਗਰ ਮੈਂ ਸਟ੍ਰੇਟ ਲਾਈਨ 'ਚ ਕਨਵਰਟ ਕਰਨਾ ਹੈ ਤਾਂ ਬੋਥ ਸਾਈਡ ਸਾਨੂੰ ਲੌਗ ਲੈਣਾ ਪਏਗਾ। ਲੌਗ S ਇਜ਼ ਇਕੁਅਲ ਟੂ ਲੌਗ C ਪਲੱਸ ਜਦੋਂ ਲੌਗ A ਲਵਾਂਗੇ ਤਾਂ ਜਿਹੜੀ ਪਾਵਰ ਹੁੰਦੀ ਹੈ ਉਹ ਅੱਗੇ ਆ ਜਾਂਦੀ ਹੈ, ਠੀਕ ਹੈ, Z log A, ਵੇਅਰ S ਇਜ਼ ਸਪੀਸ਼ੀ ਡਾਇਵਰਸਿਟੀ, ਪੜ੍ਹ ਚੁੱਕੇ, A ਏਰੀਆ, Z ਇਜ਼ ਦ ਸਲੋਪ ਆਫ ਦ ਕਰਵ ਐਂਡ C ਇਜ਼ Y ਇੰਟਰਸੈਕਟ, ਰਾਈਟ। ਸੋ ਇਹ ਗ੍ਰਾਫ ਸਾਨੂੰ ਸ਼ੋ ਕਰਦਾ ਹੈ ਕਿ ਜਿਵੇਂ ਜਿਵੇਂ ਏਰੀਆ ਐਕਸਪਲੋਰਡ ਏਰੀਆ ਵੱਧ ਰਿਹਾ ਤਿਵੇਂ ਤਿਵੇਂ ਸਪੀਸ਼ੀਜ਼ ਰਿਚਨੈਸ ਵੱਧ ਰਹੀ ਹੈ, ਬਟ ਅਪ ਟੂ ਅ ਸਰਟਨ ਲਿਮਿਟ। ਸੋ ਲੌਗ ਲੈਣ ਤੋਂ ਬਾਅਦ ਜਿਹੜੀ ਲਾਈਨ ਹੈ, ਕਰਵ ਹੈ, ਉਹ ਸਟ੍ਰੇਟਨ ਹੋ ਜਾਂਦੀ ਹੈ। ਸੋ ਇਸ ਤਰੀਕੇ ਨਾਲ ਦੋ ਤਰ੍ਹਾਂ ਦੀਆਂ ਕਰਵ ਸਾਇੰਟਿਸਟ ਨੇ ਡਿਵੈਲਪ ਕੀਤੀਆਂ। ਇੱਕ ਨੋਟ ਹੈ ਜੀ, ਸਟੀਪਰ ਸਲੋਪ ਸਿਗਨੀਫਾਈਜ਼ ਦ ਨੰਬਰ ਆਫ ਸਪੀਸ਼ੀਜ਼ ਫਾਊਂਡ ਇਨਕਰੀਜ਼ਿਜ਼। ਜਿੰਨੀ ਸਟੀਪ ਹੋਏਗੀ ਇਹਦਾ ਮਤਲਬ ਇਹ ਹੈ ਕਿ ਨੰਬਰ ਆਫ ਸਪੀਸ਼ੀਜ਼ ਵੱਧ ਰਹੇ ਨੇ, ਫਾਸਟਰ ਦੈਨ ਦ ਏਰੀਆ ਐਕਸਪਲੋਰਡ। ਜਿੰਨਾ ਏਰੀਆ ਐਕਸਪਲੋਰ ਤੋਂ ਵੀ ਜ਼ਿਆਦਾ, ਮਤਲਬ ਤੁਸੀਂ ਥੋੜ੍ਹਾ ਏਰੀਆ ਵੀ ਹੋਰ ਵੱਧ ਐਕਸਪਲੋਰ ਕਰਦੇ ਹੋ ਤਾਂ ਸਪੀਸ਼ੀਜ਼ ਰਿਚਨੈਸ ਵੱਧਦੀ ਹੈ, ਰਾਈਟ। ਸੋ
इन अ वेरी लार्ज एरिया लाइक द एंटायर कॉन्टीनेंट। ठीक है, जिद्दां जिद्दां जिन्नी स्टीपर कर्व होंदी जाएगी उन्ना तुसी मान लो कि ते एरिया थोड़ा भी वधाओ तो स्पीशीज़ रिचनेस वधदी है, राइट। सो ये क्या बेटे वॉन हम्बल्ट ने, एलेक्जेंडर वॉन हम्बल्ट ने स्पीशी एरिया रिलेशनशिप। सो दिस इज़ द सैकेंड पैटर्न ऑफ बायोडाइवर्सिटी। दो होर साइंटिस्ट ने बेटा इस चीज़ ते स्टडी की, आपां हुण डिस्कस कर लैंदे हां। ठीक है जी। सो दो साइंटिस्ट ने, वन इज़ डेविड टिलमैन, असीं ओहदी स्टडी डिस्कस करांगे, एंड अदर इज़ एलरिक, उन्हें रिवर्ट पॉपर हाइपोथेसिस की सी, असीं दोनों नूं स्टडी करते हैं। सो डेविड टिलमैन ने बेटा की क्या, उन्हें क्या, उन्हें लैंड नूं प्लॉट किया, तो आपां प्लॉट भी लिख लिया, द लैंड और प्लॉट विच हैज़ मोर डाइवर्सिटी, कोई लैंड जिहदे ते ज़्यादा डाइवर्सिटी है और मोर नंबर ऑफ स्पीशीज़ ने, शो लैस ईयर टू ईयर वेरीएशनस इन बायोमास। उत्थे बायोमास जिहड़ियां ईयर टू ईयर वेरीएशनस आंदियां ने वो घट हुंदियां। मैं एग्जाम्पल लैके एक्सप्लेन करदी हां, दैन यू विल बेटर अंडरस्टैंड दिस। सो कहंदा एक मेरे कोल दो एरियाज़ मैं ले ले, एक एरिया जिथे सिर्फ ग्रासलैंड्स ही ग्रो करते हैं, तो वो एरिया जिथे ग्रासलैंड्स भी ने, ग्रास भी है, हर्ब्स भी ने, श्रब्स भी है, ट्रीज़ भी है। जे ग्रासलैंड्स ने विद टाइम जदों ग्रास दा टाइम आ जाएगा, ग्रो कर जाएगी, दैन वो ड्राई हो जाएगी, फिर ਜਿਹੜੇ ਉੱਥੇ ਐਨੀਮਲਸ ਜਾਂ ਅਦਰ ਆਰਗੈਨਿਜ਼ਮ ਜਿਹੜੇ ਗ੍ਰੈਸਲੈਂਡ 'ਤੇ ਡਿਪੈਂਡ ਕਰਦੇ ਨੇ, ਜਦੋਂ ਇਹ ਸੁੱਕ ਗਈ ਆ, ਇਹ ਡਰਾਈ ਅਪ ਹੋ ਗਈ ਆ, ਖਤਮ ਹੋ ਗਈ, ਤਾਂ ਉਹ ਵੀ ਉਹ ਓਬਵੀਅਸਲੀ ਦੇ ਹੈਵ ਟੂ ਮੂਵ ਫਰੋਮ ਦਿਸ ਏਰੀਆ ਟੂ ਅਨਦਰ ਏਰੀਆ, ਰਾਈਟ, ਜਾਂ ਫਿਰ ਉਹ ਡੈਡ ਹੋ ਜਾਣਗੇ। ਦੂਸਰੀ ਗੱਲ ਅੰਡਰਸਟੈਂਡ ਕਰੋ, ਜਿਹੜਾ ਏਰੀਆ ਜਿਹਦੇ ਜਿਹਾ ਪਲਾਟ ਜਿਹਦੇ ਵਿੱਚ ਗ੍ਰੈਸਲੈਂਡ ਵੀ ਹੈ, ਹਰਬਸ ਵੀ ਹੈ, ਟਰੀਜ਼ ਵੀ, ਸ਼ਰਬਸ ਵੀ, अगर उस कुछ माइनर चेंजिस आ भी गए तो इंटायर बायोमास नूं कोई बहुता इफैक्ट नहीं पएगा। ईयर टू ईयर जिहड़ी बायोमास चेंजिस ने या नंबर ऑफ स्पीशीज़ ने शो लैस ईयर टू ईयर वेरीएशन, उन्हां चेंजिस माइनर चेंजिस उन्होंने कोई इफैक्ट, जिन्ना बायोमास जिहड़ा उत्थे हैगा माइनर चेंजिस उन्होंने कोई भी इफैक्ट नहीं करनगियां। पर जिथे है ही घट बायोमास है उत्थे माइनर जी भी चेंज हुई है, ग्रासलैंड ड्राई अप हो गया, कुछ हो गया, तो वड्डा इफैक्ट पऊगा। ठीक है जी। सो ये डेविड टिलमैन ने किया। तिवें एक होर साइंटिस्ट ने, हिज नेम वॉज एलरिक, तो एलरिक की कहंदा, उन्हें एक हाइपोथेसिस दिता, रिवेट पॉपर हाइपोथेसिस। किहड़ा हाइपोथेसिस दिता, रिवेट पॉपर हाइपोथेसिस। सो दिस एलरिक, दिस ही वॉज द इकोलॉजिस्ट, एक इकोलॉजिस्ट सी, ठीक है जी, स्टैनफोर्ड दा। सो उन्हें की किया, पॉल एलरिक ने, हिज नेम वॉज पॉल एलरिक। सो की कहते, ही सैड कि जेड़ा साडा इकोसिस्टम है, मैं कंप्लीट नेम लिख देनी, पॉल एलरिक, ही सैड कि जेड़ा साडा एक कंप्लीट इकोसिस्टम है वो एक एयरप्लेन की तरह है। आप एग्जाम्पल लैके कर रहे हैं। ही सैड कि जेड़ा साडा एक कंप्लीट इकोसिस्टम, उन्होंने एज्यूम करके चलो कि वो एक एरोप्लेन है। बेटा जो इदां दी चीज़ां कीतियां जांदियां ने, किसी नूं किसी अलग जी चीज़ नाल कंपेयर किया जाए, एनामली कहते, एनोमली, राइट। सो उन्हें एक एनामली की कि उन्हें साडे कंप्लीट इकोसिस्टम नूं एक एरोप्लेन दे नाल कंपेयर किया, एयरप्लेन दे नाल कंपेयर किया। ठीक है। उन्हें क्या, ऑल पार्ट्स आर जॉइंट टुगैदर, जिहड़े उस प्लेन दे सारे पार्ट्स ने, यूजिंग थाउजेंड्स ऑफ रिवेट्स। देखो बेटा, जिवें तुसीं समझ लो कि एक नट बोल्ट्स हुंदे हैं ना, ठीक है, ਉਹਦੇ ਨਾਲ ਆਪਾਂ ਨਟ ਬੋਲਟ ਦੇ ਨਾਲ ਆਪਾਂ ਪਲੇਨ ਦੇ ਪੂਰੇ ਪਾਰਟਸ ਨੂੰ ਕਨੈਕਟ ਕੀਤਾ ਹੋਇਆ, ਠੀਕ ਹੈ, ਪਲੇਨ ਦੇ ਪੂਰੇ ਪਾਰਟਸ ਨੂੰ ਨਟ ਬੋਲਟ ਨਾਲ ਕਨੈਕਟ ਕੀਤਾ ਹੋਇਆ, ਤੇ ਉਹਨੂੰ ਅਸੀਂ ਰਿਵੈਟ ਕਹਿੰਦੇ ਆ। ਠੀਕ ਹੈ। ਤੇ ਹਰ ਰਿਵੈਟ ਸਮਝ ਲਓ, ਜਿਵੇਂ ਇਕੋਸਿਸਟਮ ਨਾਲ ਕੰਪੇਅਰ ਕਰ ਰਹੀ ਹੈ ਨਾ, ਇਕੋਸਿਸਟਮ ਨੂੰ ਐਰੋਪਲੇਨ ਨਾਲ, ਤਾਂ ਹਰ ਉਹ ਜਿਹੜਾ ਨਟ ਬੋਲਟ ਹੈ ਉਹ ਇੱਕ ਸਪੀਸ਼ੀਜ਼ ਨੂੰ ਦਰਸਾਉਂਦਾ ਹੈ, ਉਹ ਇੱਕ ਸਪੀਸ਼ੀ ਨੂੰ ਆਪਾਂ ਡਿਨੋਟ ਕਰਦੇ ਕਿ ਇੱਕ ਸਪੀਸ਼ੀਜ਼ ਹੈ, ਰਾਈਟ। ਅੱਛਾ, ਹੁਣ ਉਹ ਕਹਿੰਦਾ, ਅਗਰ ਜਿਹੜੇ ਉਸ ਪਲੇਨ ਦੇ ਜਿਹੜੇ ਪੈਸੇਂਜਰ ਟਰੈਵਲ ਕਰ ਰਹੇ ਨੇ, ਅਗਰ ਉਹ ਇੱਕ ਇੱਕ ਰਿਵਟ ਨੂੰ ਪੋਪਿੰਗ ਆਊਟ ਕਰਨ, ਇਟ ਸਟਾਰਟ ਪੋਪਿੰਗ ਅ ਰਿਵਟ, ਉਹ ਰਿਵਰ ਉਹ ਇੱਕ ਇੱਕ ਨਟ ਬੋਲਟ ਨੂੰ ਖੋਲ੍ਹਣ ਅਤੇ ਆਪਣੇ ਘਰੇ ਲੈ ਜਾਣ, ਕਿਉਂਕਿ ਉਹਨਾਂ ਨੇ ਯੂਜ਼ ਕਰਨਾ ਉਹਨੂੰ, ਰਾਈਟ। ਸੋ ਅਗਰ ਉਹ ਸ਼ੁਰੂ ਵਿੱਚ ਤਾਂ ਉਸ ਪਲੇਨ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ, ਕਿਉਂਕਿ ਸਿੰਗਲ ਰਿਵਟ ਖੁੱਲ੍ਹ ਰਿਹਾ, ਕੋਈ ਐਡੀ ਦਿੱਕਤ ਨਹੀਂ ਹੈ। ਬਟ ਬੇਟਾ ਜਿੱਦਾਂ ਜਿੱਦਾਂ ਟਾਈਮ ਲੰਘਦਾ ਜਾਏਗਾ, ਉਹ ਰਿਵਟਸ, ਇੰਪੋਰਟੈਂਟ ਪਾਰਟ ਦੇ ਰਿਵਟਸ ਖੁੱਲ੍ਹਣੇ ਸ਼ੁਰੂ ਹੋ ਜਾਣਗੇ, ਨਟ ਬੋਲਟਸ ਖੁੱਲ੍ਹਣੇ ਸ਼ੁਰੂ ਹੋ ਜਾਣਗੇ, ਦ ਪਲੇਨ ਵਿਲ ਕ੍ਰੈਸ਼। ਤਿਵੇਂ ਉਹ ਕਹਿੰਦਾ
ਕਿ ਜਿਹੜਾ ਸਾਡਾ ਈਕੋਸਿਸਟਮ ਹੈ ਜਿਹਨੂੰ ਉਹਨੇ ਪਲੇਨ ਨਾਲ ਕੰਪੇਅਰ ਕੀਤਾ, ਉਹਦੇ ਵਿੱਚ ਸਿੰਗਲ ਸਪੀਸ਼ੀਜ਼ ਨੇ। ਹੁਣ ਤੁਸੀਂ ਦੇਖ ਰਹੇ ਹੋ ਕਿ ਸਪੀਸ਼ੀਜ਼ ਸਮੇਂ ਪਾਉਂਦੇ ਸਪੀਸ਼ੀਜ਼ ਜਿਹੜੀਆਂ ਲੋਸ ਹੋ ਰਹੀਆਂ, ਬਹੁਤ ਸਾਰੇ ਰੀਜ਼ਨਸ ਨੇ ਕਿਉਂ ਸਾਡੇ ਸਪੀਸ਼ੀਜ਼ ਲੋਸਟ ਹੋ ਰਿਹਾ। ਤਾਂ ਕਹਿੰਦਾ ਸ਼ੁਰੂ 'ਚ ਤਾਂ ਸਾਡੇ ਈਕੋਸਿਸਟਮ ਨੂੰ ਕੋਈ ਬਹੁਤਾ ਫਰਕ ਨਹੀਂ ਪੈ ਰਿਹਾ, ਪ੍ਰੋਪਰ ਫੰਕਸ਼ਨਿੰਗ ਉਹਦੀ ਚੱਲ ਰਹੀ ਹੈ, ਬਟ ਜਿੱਦਾਂ ਵਿਦ ਟਾਈਮ ਜਿੱਦਾਂ ਦੀਜ਼ ਲੋਸ ਆਫ ਸਪੀਸ਼ੀਜ਼ ਲੋਸ ਹੁੰਦੇ ਜਾ ਰਹੇ ਨੇ, ਤਾਂ ਉਹਦੇ ਨਾਲ ਕੀ ਹੈ, ਈਕੋਸਿਸਟਮ ਵੀ ਸਾਡਾ ਕੋਲੈਪਸ ਕਰ ਜਾਏਗਾ ਸਮੇਂ ਪਾ ਕੇ, ਜਾਂ ਉਹਦੇ 'ਚ ਕੁਛ ਨਾ ਕੁਛ ਪ੍ਰੋਬਲਮ ਆਉਂਦੀ ਜਾਏਗੀ। ਅਤੇ ਜਿੰਨਾ ਇੰਪੋਰਟੈਂਟ ਪਾਰਟ ਖਰਾਬ ਹੋਏਗਾ, ਜਿੰਨਾ ਇੰਪੋਰਟੈਂਟ ਪਾਰਟ ਡਿਸਟਰਬ ਹੋਏਗਾ, ਉਨਾ ਈਕੋਸਿਸਟਮ ਜਲਦੀ ਕੋਲੈਪਸ ਕਰੇਗਾ। ਮੀਨਸ ਅਗਰ ਆਪਾਂ ਪਲੇਨ ਦੇ ਅੰਦਰ ਸੀਟ ਦੇ ਜਾਂ ਵਿੰਡੋਜ਼ ਦੇ ਨਟ ਬੋਲਟਸ ਖੋਲੀਏ ਤਾਂ ਘੱਟ ਫਰਕ ਪਊਗਾ। ਜੇ ਕੋਈ ਜਾ ਕੇ ਵਿੰਗਸ ਦੇ ਨਟ ਬੋਲਟ ਖੋਲ ਦੇ, ਰਿਵਟਸ ਨੂੰ ਰਿਮੂਵ ਕਰ ਦੇਵੇ, ਤਾਂ ਵਿੰਗ ਅਗਰ ਕੋਲੈਪਸ ਕਰਕੇ ਪੂਰਾ ਪਲੇਨ ਕੋਲੈਪਸ ਕਰ ਗਿਆ। ਮੀਨਸ ਤੁਸੀਂ ਅਗਰ ਕੋਈ ਇੰਪੋਰਟੈਂਟ ਪਾਰਟ ਆਫ ਇਕੋਸਿਸਟਮ ਨੂੰ ਡਿਸਟਰਬ ਕਰੋਗੇ, ਤੁਸੀਂ ਇੰਪੋਰਟੈਂਟ ਪਾਰਟ ਆਫ ਇਕੋਸਿਸਟਮ ਲਾਸ ਹੋਏਗਾ ਜਾਂ ਕੋਈ ਇੰਪੋਰਟੈਂਟ ਸਪੀਸ਼ੀਜ਼ ਆਫ ਇਕੋਸਿਸਟਮ ਲਾਸ ਹੋਏਗਾ, ਓਨੀ ਜਲਦੀ ਬੇਟਾ ਤੁਹਾਡਾ ਇਕੋਸਿਸਟਮ ਡਿਸਟਰਬ ਹੋ ਜਾਏਗਾ। ਸੋ ਦਿਸ ਵਾਜ਼ said by or given by ਪੌਲ ਐਨਰਿਕ, ਜਿਹਨੇ ਰਿਵਟ ਪੌਪਰ ਹਾਈਪੋਥੈਸਿਸ ਦਿੱਤੀ ਸੀ। ਸੋ ਲਾਸਟਲੀ ਆਪਾਂ ਪੜ੍ਹ ਲੈਂਦੇ ਹਾਂ ਕਿ ਸਾਡੇ ਇਕੋਸਿਸਟਮ ਦੇ ਵਿੱਚ ਸਪੀਸ਼ੀਜ਼ ਡਾਈਵਰਸਿਟੀ ਦੀ ਕੀ ਇੰਪੋਰਟੈਂਸ ਹੈ, ਕਿ ਸਪੀਸ਼ੀਜ਼ ਰਿਚ ਹੋਏਗੀ ਸਾਡੇ ਇਕੋਸਿਸਟਮ ਦੇ ਨਾਲ ਕੀ ਉਹਦਾ ਰਿਲੇਸ਼ਨ ਹੈ। ਨੰਬਰ 1 ਇਜ਼ ਸਟੇਬਿਲਿਟੀ। ਬੇਟਾ ਬਾਇਓਡਾਇਵਰਸਿਟੀ ਸਾਡੇ ਇਕੋਸਿਸਟਮ ਲਈ ਜ਼ਰੂਰੀ ਹੈ, ਸਾਡੀ ਇਕੋਸਿਸਟਮ ਦੀ ਸਟੇਬਿਲਿਟੀ ਲਈ ਬਾਇਓਡਾਇਵਰਸਿਟੀ ਜ਼ਰੂਰੀ ਹੈ, ਠੀਕ ਹੈ। ਜਿੰਨੀਆਂ ਜ਼ਿਆਦਾ ਸਪੀਸ਼ੀਜ਼ ਹੋਣਗੀਆਂ ਉਨਾ ਤੁਹਾਡਾ ਇਕੋਸਿਸਟਮ ਜ਼ਿਆਦਾ ਸਟੇਬਲ ਹੋਏਗਾ। ਦੈਨ ਇਜ਼ ਪ੍ਰੋਡਕਟਿਵਿਟੀ, ਹੈ ਤਾਂ ਅਸੀਂ ਕਰ ਹੀ ਲਈ ਕਿ ਜਿੰਨਾ ਜ਼ਿਆਦਾ ਡਾਈਵਰਸ, ਜਿੰਨੀ ਸਪੀਸ਼ੀਜ਼ ਰਿਚਨੈਸ ਸਾਡੇ ਇਕੋਸਿਸਟਮ 'ਚ ਜ਼ਿਆਦਾ ਹੋਏਗੀ, ਉਨੀ ਪ੍ਰੋਡਕਟਿਵਿਟੀ ਵੀ ਜ਼ਿਆਦਾ ਹੋਏਗੀ। ਦੈਨ ਰੀਸਾਈਲੈਂਸ ਮੀਨਸ ਸਾਡਾ ਇਕੋਸਿਸਟਮ, ਰੀਸਾਈਲੈਂਸ ਵਰਡ ਯੂਜ਼ ਕਰ ਲਓ ਜਾਂ ਰੈਜ਼ਿਸਟੈਂਟ ਵਰਡ ਯੂਜ਼ ਕਰ ਲਓ, ਜਿਹੜੀਆਂ ਸਾਡੇ ਇਕੋਸਿਸਟਮ 'ਚ ਥੋੜ੍ਹੀਆਂ ਬਹੁਤੀਆਂ ਕਦੀ ਕਿਤੇ ਡਿਸਟਰਬੈਂਸਿਸ ਆਉਂਦੀਆਂ ਨੇ, ਉਹਨੂੰ ਰਜਿਸਟ ਕਰੇ, ਉਹਨੂੰ ਰੋਕੇ, ਉਹਦਾ ਕੋਈ ਬਹੁਤਾ ਪ੍ਰਭਾਵ ਸਾਡੇ ਇਕੋਸਿਸਟਮ 'ਤੇ ਨਹੀਂ ਪੈਣਾ ਚਾਹੀਦਾ। ਜਾਂ ਕੋਈ ਫੋਰਨ ਸਪੀਸ਼ੀਜ਼ ਆ ਗਈ, ਏਲੀਅਨ ਸਪੀਸ਼ੀਜ਼ ਆ ਗਈ ਸਾਡੇ ਇਕੋਸਿਸਟਮ 'ਚ, ਉਹ ਕੋਈ ਬਹੁਤਾ ਇਫੈਕਟ ਨਾ ਪਾਵੇ, ਤੁਹਾਡਾ ਇਕੋਸਿਸਟਮ ਉਹਨੂੰ ਰਜਿਸਟ ਕਰਦਾ ਹੋਣਾ ਚਾਹੀਦਾ, ਠੀਕ ਹੈ ਜੀ। ਮਤਲਬ ਡਿਸਟਰਬੈਂਸ ਦਾ ਤੁਹਾਡੇ ਇਕੋਸਿਸਟਮ 'ਤੇ ਕੋਈ ਫਰਕ ਨਹੀਂ ਪੈਣਾ ਚਾਹੀਦਾ। ਇਕੋਸਿਸਟਮ ਹੈਲਥ, ਰਿਚ ਬਾਇਓਡਾਇਵਰਸਿਟੀ ਕਹਿੰਦਾ ਸਿਰਫ ਇਕੋਸਿਸਟਮ ਦੀ ਹੈਲਥ ਲਈ ਨਹੀਂ ਜ਼ਰੂਰੀ, ਹਿਊਮਨ ਰੇਸ ਦੇ ਸਰਵਾਈਵਲ ਲਈ ਵੀ ਇਕੋਸਿਸਟਮ ਹੈਲਥ ਜ਼ਰੂਰੀ ਹੈ। ਜਿੰਨਾ ਹੈਲਦੀ ਸਾਡਾ ਇਕੋਸਿਸਟਮ ਹੋਏਗਾ, ਉਨੀ ਹੀ ਸਾਡੀ ਰੇਸ ਜਿਹੜੀ ਹੈ ਇਸ ਪਲੈਨਟ 'ਤੇ ਸਰਵਾਈਵ ਕਰੇਗੀ, ਔਰ ਸਾਡਾ ਇਕੋਸਿਸਟਮ ਦੀ ਹੈਲਥ ਜਿਹੜੀ ਹੈ ਉਹ ਠੀਕ, ਮਤਲਬ ਸਾਡਾ ਜਿੰਨੀ ਜ਼ਿਆਦਾ ਬਾਇਓਡਾਇਵਰਸਿਟੀ ਹੋਏਗੀ, ਉਨੀ ਸਾਡੇ ਇਕੋਸਿਸਟਮ ਦੀ ਹੈਲਥ ਚੰਗੀ ਹੋਏਗੀ। ਐਂਡ ਜਿੰਨੀ ਹੈਲਥ ਸਾਡਾ ਇਕੋਸਿਸਟਮ ਗੁੱਡ ਹੋਏਗਾ, ਰਿਚ ਹੋਏਗਾ, ਉਹ ਹਿਊਮਨ ਦੀ ਰੇਸ ਉਨਾ ਹੀ ਜ਼ਿਆਦਾ ਸਰਵਾਈਵ ਕਰੇਗੀ। ਸੋ ਦੀਜ਼ ਆਰ ਦਾ ਜੋ ਆਪਾਂ ਪੁਆਇੰਟਸ ਪੜ੍ਹੇ, these are the importance of species diversity to ecosystem. This is all about today's topic. So in our next session ਅਸੀਂ ਡਿਸਕਸ ਕਰਾਂਗੇ ਕਿ ਜਿਹੜੀ ਬਾਇਓਡਾਇਵਰਸਿਟੀ ਲਾਸ ਹੋ ਰਹੀ ਹੈ ਉਹਦੇ ਕਾਰਨ ਕੀ ਨੇ। ਇਹ ਵਾਲਾ ਕੁਐਸਚਨ ਪੇਪਰ 'ਚ ਕਾਫੀ ਵਾਰੀ ਆ ਪੁੱਛਿਆ ਜਾਂਦਾ ਹੈ ਕਿ ਵਾਟ ਆਰ ਦ ਵੇਰੀਅਸ ਰੀਜ਼ਨਸ ਔਰ ਕਾਜ਼ਜ਼ ਆਫ ਬਾਇਓਡਾਇਵਰਸਿਟੀ ਲਾਸ। ਸੋ ਆਪਣੇ ਨੈਕਸਟ ਸੈਸ਼ਨ 'ਚ ਅਸੀਂ ਇਹ ਟੌਪਿਕ ਡਿਸਕਸ ਕਰਾਂਗੇ।